ਫਤਿਹ। ਗੁਰਮੁਖ ਪਿਆਰਿਓ, ਸ਼ਹੀਦ ਸ਼ਬਦ ਦੀ ਵੀ ਆਪਾਂ ਵਿਸਥਾਰ ਦੇ ਨਾਲ ਵਿਚਾਰ ਕਰਾਂਗੇ। ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਐਸੇ ਮਹੀਨੇ ਹੈ। ਜੇ ਐਸੇ ਗੁਰਮੁਖਾਂ ਦੇ ਜੀਵਨ ਦੀ ਵਿਚਾਰ ਕਰਨੀ ਹੋਵੇ ਤੇ ਆਪਾਂ ਸੋਚ ਲਈਏ ਕਿ 1 ਘੰਟੇ ਵਿੱਚ ਵਿਚਾਰ ਲਵਾਂਗੇ ਤੇ ਇਹ ਸਾਡੀ ਨਾ ਸਮਝੀ ਹੋਏਗੀ। ਇਹੋ ਜਿਹੇ ਲੱਖਾਂ ਵੀ ਜਨਮ ਮਿਲ ਜਾਣ, ਲੱਖਾਂ ਸਾਲ ਉਮਰ ਹੋ ਜਾਵੇ ਤੇ ਗੁਰਮੁਖੋ ਫਿਰ ਵੀ ਅਸੀਂ ਐਸੇ ਮਹਾਂਪੁਰਸ਼ਾਂ ਦੇ ਜੀਵਨ ਦੀ ਸੰਪੂਰਨ ਵਿਚਾਰ ਨੂੰ ਨਹੀਂ ਕਹਿ ਸਕਦੇ। ਕਿਉਂਕਿ ਅੱਜ ਮੈਨੂੰ ਇੱਕ ਪਿਆਰੇ ਨੇ ਸਵਾਲ ਕੀਤਾ ਸੀ, ਅਮੀਰੀ ਦੇ ਉੱਤੇ ਸਵਾਲ ਸੀ ਕਿ ਫਲਾਣੇ ਬਾਬੇ ਹਨ, ਫਲਾਣਾ ਸੰਤ ਹੈ, ਉਹ ਤੇ ਪਿਸਟਲ ਵੀ ਰੱਖਦਾ ਹੈ, ਉਹ ਤੇ ਬੁਲਟ ਵੀ ਰੱਖਦਾ ਹੈ, ਉਹ ਤੇ ਗੱਡੀ ਵੀ ਰੱਖਦਾ ਹੈ। ਮੈਂ ਆਖਿਆ ਗੁਰਮੁਖ ਪਿਆਰਿਆ, ਜਦੋਂ ਕਿਸੇ ਦੀ ਗੱਲ ਕਰਨੀ ਹੋਵੇ ਨਾ, ਉਹਦੀ ਇਕੱਲੇ ਦੀ ਗੱਲ ਨਹੀਂ ਕੀਤੀ ਜਾਂਦੀ। ਪਹਿਲਾਂ ਇਹ ਪੁੱਛਿਆ ਜਾਂਦਾ ਉਹ ਕਿਸ ਦਾ ਪੁੱਤਰ ਹੈ, ਉਹਦਾ ਪਿਤਾ ਕੌਣ ਹੈ, ਉਹਦਾ ਦਾਦਾ ਪੜਦਾਦਾ ਕੌਣ ਆ, ਫਿਰ ਗੱਲ ਕੀਤੀ ਜਾਂਦੀ ਹੈ। ਤੇ ਜੇ ਕਿਤੇ ਤੂੰ ਇਹ ਗੱਲ ਕਹਿ ਦੇਵੇਂ ਕਿ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਪੁੱਤ ਵੈਪਨ ਰੱਖਦਾ ਤਾਂ ਕੋਈ ਵੱਡੀ ਗੱਲ ਹੋਏਗੀ ਨਹੀਂ। ਜੇ ਕਹੇਗਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦਾ ਪੁੱਤ ਬੁਲਟ 'ਤੇ ਚੱਲਦਾ ਤਾਂ ਕੋਈ ਵੱਡੀ ਗੱਲ ਹੈ ਹੀ ਨਹੀਂ। ਉਹ ਤਾਂ ਹੈਲੀਕਾਪਟਰ 'ਤੇ ਵੀ ਚੱਲੇ ਤਾਂ ਵੀ ਕੋਈ ਵੱਡੀ ਗੱਲ ਨਹੀਂ। ਤੇ ਜੇ ਕਿਤੇ ਐਸਾ ਕੋਈ ਸ਼ਹਿਨਸ਼ਾਹ ਹੋਵੇ ਜਿਹਦੇ ਚਰਨਾਂ ਵਿੱਚ ਆ ਕੇ ਰਾਸ਼ਟਰਪਤੀ ਵੀ ਆਪਣਾ ਸਿਰ ਸੁੱਟ ਦਿੰਦਾ ਹੋਵੇ, ਪ੍ਰਧਾਨ ਮੰਤਰੀ ਵੀ ਇੱਥੇ ਆ ਕੇ ਸਿਰ ਸੁੱਟ ਦਿੰਦਾ ਹੋਵੇ, ਤੇ ਜਦੋਂ ਤੂੰ ਉਹਦੇ ਪੁੱਤਰ ਦੀ ਗੱਲ ਕਰੇ ਤੇ ਫਿਰ ਤੈਨੂੰ ਹੈਰਾਨੀ ਹੋਣੀ ਨਹੀਂ ਚਾਹੀਦੀ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਉਹ ਗੁਰਮੁਖ ਪਿਆਰਿਆ, ਜਦੋਂ ਗੱਲ ਕਰਦਾ ਕਿਸੇ ਦੀ ਇਹ ਤੇ ਵੇਖ ਉਹਦਾ ਉਹ ਪੁੱਤ ਕਿਹਦਾ ਹੈ। ਅਸੀਂ ਰਾਜਿਆਂ ਦੇ ਪੁੱਤਰ ਹਾਂ, ਅਸੀਂ ਮਹਾਰਾਜਿਆਂ ਦੇ ਪੁੱਤਰ ਹਾਂ, ਅਸੀਂ ਬਾਦਸ਼ਾਹ ਦੇ ਵੀ ਪੁੱਤਰ ਹਾਂ। ਸਾਡਾ ਪਿਤਾ ਕੌਣ ਹੈ? ਬਾਦਸ਼ਾਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਅਸੀਂ ਦਰਵੇਸ਼ ਦੇ ਵੀ ਪੁੱਤ ਹਾਂ। ਪਹਿਲੀ ਇਹ ਗੱਲ ਦੇਖੀਏ ਕਿ ਬਾਦਸ਼ਾਹ ਕੋਲ ਕਦੇ ਪੈਸੇ ਦੀ ਕਮੀ ਹੁੰਦੀ ਜਾਂ ਸੁੱਖ ਸੁਵਿਧਾ ਦੀ ਕਮੀ ਹੁੰਦੀ? ਨਹੀਂ ਹੁੰਦੀ। ਤੇ ਫਿਰ ਬਾਦਸ਼ਾਹ ਦੇ ਪੁੱਤਰਾਂ ਤੇ ਕਮੀ ਤਾਂ ਹੋਣੀ ਨਹੀਂ ਚਾਹੀਦੀ, ਸ਼ਾਨੋ ਸ਼ੌਕਤ ਦੇਖਣੀ ਚਾਹੀਦੀ ਹੈ। ਫਿਰ ਦਰਵੇਸ਼ਾਂ ਕੋਲ ਕਦੇ ਮਾਇਆ ਦੀ ਕਮੀ ਹੁੰਦੀ ਆ? ਦਰਵੇਸ਼ਾਂ ਕੋਲ ਕਦੇ ਸੁੱਖ ਸੁਵਿਧਾ ਦੀ ਕਮੀ ਹੁੰਦੀ? ਨਹੀਂ ਹੁੰਦੀ। ਤੇ ਫਿਰ ਅਸੀਂ ਤੇ ਦਰਵੇਸ਼ ਸ਼ਹਿਨਸ਼ਾਹ ਦੇ ਪੁੱਤਰ ਹਾਂ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਅਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਐਸੇ ਸ਼ਾਨ ਸ਼ਹਿਨਸ਼ਾਹ ਦੇ ਪੁੱਤਰ ਹੋ, ਫਿਰ ਤੇ ਫਕਰ ਕਰਨਾ ਚਾਹੀਦਾ ਹੈ ਕਿ ਹਰ ਸੁੱਖ ਸੁਵਿਧਾ ਉਹਨੇ ਦੇਣੀ, ਕਿਉਂਕਿ ਉਹ ਸਾਡਾ ਪਿਤਾ ਜੀ। ਜਦੋਂ ਅਸੀਂ ਅਰਦਾਸ ਕਰ ਦਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਤੇ ਇਸੇ ਕਰਕੇ ਤੇ ਕਹਿ ਦਿੰਦੇ, ਆਪਾਂ ਪਿਛਲੇ ਹਫ਼ਤੇ ਜ਼ਿਕਰ ਕੀਤਾ ਸੀ, ਸਿੱਖ ਭੀਖ ਕਿਉਂ ਨਹੀਂ ਮੰਗਦਾ। ਸਿੱਖ ਭੀਖ ਮੰਗੇਗਾ ਕਿਵੇਂ? ਸਿੱਖ ਦੇ ਪੁੱਤਰ ਹੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹੈ। ਸੋ ਮੈਂ ਆਪ ਜੀ ਨੂੰ ਅੱਜ ਦੇ ਵਿਸ਼ੇ ਵੱਲ ਲੈ ਕੇ ਆਵਾਂ। ਐਸੇ ਥੋੜ੍ਹੇ 2 ਦਿਨਾਂ ਬਾਅਦ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ। ਮੈਂ ਪਿਛੋਕੜ ਤੋਂ ਸ਼ੁਰੂ ਕਰਾਂਗਾ ਥੋੜ੍ਹਾ ਜਿਹਾ ਕਿ ਗੁਰਮੁਖ ਪਿਆਰਿਓ, ਅੱਜ ਕਿਸੇ ਦੇ ਗ੍ਰਸਤ ਜੀਵਨ ਆਰੰਭ ਹੋਏ ਨੂੰ 2-3 ਸਾਲ ਨਿਕਲ ਜਾਣ ਤੇ ਔਲਾਦ ਨਾ ਪ੍ਰਾਪਤ ਹੋਵੇ ਤੇ ਬੰਦਾ ਜੜੋਂ ਹੀ ਹਿੱਲ ਜਾਂਦਾ, ਮੁੱਢੋਂ ਹੀ ਹਿੱਲ ਜਾਂਦਾ। ਕਦੇ ਨਸ਼ੇ ਦਾ ਸਹਾਰਾ ਲੈਂਦਾ ਹੈ, ਕਦੇ ਹੋਰ ਕਿਤੇ ਭਟਕਦਾ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਾਨੂੰ ਕੋਈ ਸ਼ੰਕਾ ਰਹਿਣ ਹੀ ਨਹੀਂ ਦਿੱਤਾ।
जिन्नी श्री गुरु ग्रंथ साहिब की गुरबाणी है ਜਾਂ ਦਸਮ ਪਾਤਸ਼ਾਹ ਦੀ ਬਾਣੀ ਹੈ, ਸਤਿਗੁਰਾਂ ਨੇ 10 ਜਾਮਿਆਂ 'ਚ ਉਹਦਾ ਆਪ ਸਾਨੂੰ ਪ੍ਰੈਕਟੀਕਲ ਕਰਕੇ ਸਮਝਾਇਆ। ਜਿਹੜੇ ਵੀ ਸ਼ਬਦ ਦਾ ਕਹੋ ਪ੍ਰੈਕਟੀਕਲ, ਆਓ ਤੁਹਾਨੂੰ ਗੁਰੂ ਇਤਿਹਾਸ 'ਚੋਂ ਆਪਾਂ ਦਿਖਾ ਸਕਦੇ ਹਾਂ। ਔਰ ਫਿਰ ਅਗਾਂਹ ਜਾ ਕੇ ਸਿੱਖਾਂ ਨੇ ਬਾਰ-ਬਾਰ ਉਸ ਪ੍ਰੈਕਟੀਕਲ ਨੂੰ ਦੁਹਰਾ ਕੇ ਦਿਖਾਇਆ, ਕਿਤੇ ਕਿਸੇ ਨੂੰ ਸ਼ੰਕਾ ਨਾ ਰਹਿ ਜਾਵੇ। ਪਿਛਲੇ ਹਫ਼ਤੇ ਆਪਾਂ ਜ਼ਿਕਰ ਕੀਤਾ ਸੀ ਨਾ ਕਿ ਕੋਈ ਕਹਿੰਦਾ ਜੀ ਸਿੱਖਾਂ ਨੇ ਆਪਣਾ ਇਤਿਹਾਸ ਨਹੀਂ ਸੰਭਾਲਿਆ, ਤੇ ਮੈਂ ਕਹਿੰਦਾ ਉਹਨਾਂ ਸੰਭਾਲਣ ਦੀ ਤੇ ਲੋੜ ਉਹਨੂੰ ਪੈਂਦੀ ਜਿਹਦਾ ਕੋਈ ਰਖਵਾਲਾ ਨਾ ਹੋਵੇ। ਗੁਰਮੁਖ ਪਿਆਰਿਓ, ਇੱਥੇ ਤੇ ਮੁਰਸ਼ਦ ਹੀ ਐਸਾ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਈ। ਜਦੋਂ ਜਦੋਂ ਜ਼ਰੂਰਤ ਪਈ ਉਦੋਂ ਖਾਲਸੇ ਨੇ ਪ੍ਰੈਕਟੀਕਲ ਕਰ ਕਰਕੇ ਹੀ ਦੱਸ ਦਿੱਤਾ। ਕਿਤਾਬ ਕੀ ਹੁੰਦੀ ਗੁਰਮੁਖੋ? ਕਿਤਾਬਾਂ ਪੜ੍ਹ ਕੇ ਵਿਦਵਾਨ ਬਣਦੇ ਆ, ਤੇ ਵਿਦਵਾਨਾਂ ਨੂੰ ਪੜ੍ਹ ਕੇ ਕਿਤਾਬਾਂ ਲਿਖੀਆਂ ਜਾਂਦੀਆਂ। ਵਿਦਵਾਨਾਂ ਤੇ ਕਿਤਾਬਾਂ ਬਣਦੀਆਂ ਨਾ। ਹੁਣ ਇੱਕ ਕਿਤਾਬ ਨੂੰ ਪੜ੍ਹ ਕੇ ਕੋਈ ਵਿਦਵਾਨ ਬਣਦਾ, ਤੇ ਫਿਰ ਇੱਕ ਵਿਦਵਾਨ ਨੂੰ ਪੜ੍ਹ ਕੇ ਕਿਤਾਬਾਂ ਲਿਖੀਆਂ ਜਾਂਦੀਆਂ ਹਨ। ਸੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ 712 ਈਸਵੀ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਤੇ ਇੱਕ ਮੀਰ ਕਾਸਮ ਨਾਮ ਦਾ ਜ਼ਾਲਮ ਬਾਦਸ਼ਾਹ ਚੜ੍ਹ ਕੇ ਆਇਆ। ਪਰ ਇੱਕ ਮੀਰ ਕਾਸਮ ਦੀ ਕੀ ਗੱਲ ਕਰਾਂ, ਜਿਹਨੇ ਆ ਕੇ ਹਿੰਦੁਸਤਾਨ ਦੀ ਅਣਖ ਆਬਰੂ ਨੂੰ ਵੰਗਾਰਿਆ, ਇੱਥੋਂ ਦੀ ਇੱਜ਼ਤ ਨੂੰ ਲੁੱਟਿਆ, ਇੱਥੋਂ ਦੀਆਂ ਬਹੁ ਬੇਟੀਆਂ ਨੂੰ ਲਿਜਾ ਕੇ ਗਜ਼ਨਵੀ ਬਾਜ਼ਾਰਾਂ ਅੰਦਰ ਵੇਚਿਆ ਜਾਂਦਾ ਰਿਹਾ। ਇੱਕ ਮੀਰ ਕਾਸਮ ਕੀ, ਕਦੇ ਮੀਰ ਕਾਸਮ, ਕਦੇ ਗਜ਼ਨਵੀ, ਕਦੇ ਗੌਰੀ, ਕਦੇ ਅਹਿਮਦ ਸ਼ਾਹ ਅਬਦਾਲੀ, ਕਦੇ ਪੁਰਤਗੇਜ਼ੀਆਂ, ਕਦੇ ਅੰਗਰੇਜ਼ਾਂ ਨੇ, ਤੇ ਕਦੇ ਆਪਣਿਆਂ ਨੇ ਸਾਨੂੰ ਗੁਲਾਮ ਬਣਾ ਕੇ ਰੱਖਿਆ। ਹੁਣ ਤੱਕ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ, ਅੱਜ ਵੀ ਸੱਚਾਈ ਇਹੀ ਹੈ। ਸੋ ਇਸ ਧਰਤੀ ਦੇ ਉੱਤੇ ਇਹ ਨਹੀਂ ਕਹਿ ਸਕਦੇ ਕਿ ਯੋਧੇ ਨਹੀਂ ਹੋਏ, ਇਹ ਨਹੀਂ ਆਖ ਸਕਦੇ ਸ਼ਸਤਰਧਾਰੀ ਨਹੀਂ ਹੋਏ। ਯੋਧੇ ਬੜੇ ਹੋਏ, ਸ਼ਸਤਰਧਾਰੀ ਬੜੇ ਹੋਏ। ਅਰਜਨ ਭੀਮ ਵਰਗੇ ਚੱਕਰਵਰਤੀ ਰਾਜਿਆਂ ਦੀ ਸੰਤਾਨ ਇਸ ਧਰਤੀ ਤੇ ਹੋਈ। ਇਹ ਵੀ ਨਹੀਂ ਕਹਿ ਸਕਦੇ ਜੰਗਾਂ ਨਹੀਂ ਸੀ ਲੜੀਆਂ ਜਾਂਦੀਆਂ, ਲੜਦੇ ਸੀ ਲੋਕ, ਜਰ ਜੋਰੂ ਤੇ ਜ਼ਮੀਨ ਵਾਸਤੇ ਲੜਿਆ ਕਰਦੇ ਸਨ। ਇਸ ਧਰਤੀ ਤੇ ਬਾਹਰੋਂ ਚੜ੍ਹ ਕੇ ਆਏ ਹਮਲਾਵਰ ਵੱਲ ਕਿਸੇ ਨੇ ਅੱਖ ਚੁੱਕ ਕੇ ਤੱਕਣ ਦੀ ਕਦੇ ਜ਼ੁਰਤ ਨਹੀਂ ਕੀਤੀ। ਇੱਕੋ ਇੱਕ ਮਰਦ ਪੈਦਾ ਹੋਇਆ ਇਸ ਧਰਤੀ ਤੇ 15 ਅਪ੍ਰੈਲ 1469 ਈਸਵੀ ਨੂੰ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾਉਂਦੇ ਹਾਂ ਸਤਿਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ, ਜਿਹਦੇ ਪਰਥਾਏ ਭਾਈ ਗੁਰਦਾਸ ਜੀ ਨੇ ਆਖ ਦਿੱਤਾ, ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਿਨ੍ਹਾਂ ਦੇ ਪਰਥਾਏ ਭਾਈ ਗੁਰਦਾਸ ਜੀ ਨੇ ਆਖਿਆ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਪਹਿਲਾ ਇੱਕ ਮਰਦ ਪ੍ਰਗਟ ਹੋਇਆ ਇਸ ਧਰਤੀ ਤੇ, ਜਿਸ ਨੇ ਸਭ ਤੋਂ ਪਹਿਲਾਂ ਇਸ ਧਰਤੀ ਤੋਂ ਕਿਸੇ ਬਾਹਰੀ ਹਮਲਾਵਰ ਨੂੰ, ਬਾਬਰ ਤੋਂ ਜਾਬਰ ਹੈ, ਤੇਰੀ ਫੌਜ ਮੁਕੱਦਮਸ਼ੀ ਕੁੱਤਿਆਂ ਦੀ ਫੌਜ ਹੈ, ਇਹ ਆਖ ਕੇ ਵੰਗਾਰਿਆ ਹੋਵੇ। ਤੇ ਇਸ ਦੀ ਬਦੌਲਤ ਬਾਬੇ ਨਾਨਕ ਪਾਤਸ਼ਾਹ ਨੂੰ ਬਾਬਰ ਦੀਆਂ ਜੇਲ੍ਹਾਂ ਦੇ ਵਿੱਚ ਚੱਕੀਆਂ ਵੀ ਪੀਸਣੀਆਂ ਪਈਆਂ। ਪਰ ਉਹਨਾਂ ਚੱਕੀਆਂ 'ਚ ਬਾਬੇ ਨੇ ਸਾਡੇ ਹਿੰਦੁਸਤਾਨੀਆਂ ਦੇ ਦਿਲਾਂ ਦੀ ਕਾਇਰਤਾ ਨੂੰ ਪੀ ਕੇ ਰੱਖ ਦਿੱਤਾ ਤੇ ਫਰਮਾਇਆ, ਜੇ ਜੀਵੇ ਪਤ ਲੱਥੀ ਜਾਏ, ਸਭੋ ਹਰਾਮ ਜੇਤਾ ਕਿਛ ਖਾਏ। ਇੱਜ਼ਤ ਪਤ ਲਵਾ ਕੇ ਜੀਵਿਆ, ਖਾਧਾ ਪੀਤਾ ਸਾਰਾ ਦਾ ਸਾਰਾ ਹਰਾਮ ਹੈ। ਉੱਚਾ ਸਿਰ ਚੁੱਕ ਕੇ ਜਿਉਣ ਦੀ ਜਾਚ ਸਿਖਾਈ। ਤੇ ਬਾਬੇ ਨੇ ਇੱਕ ਕਲਪਨਾ ਕੀਤੀ, ਇੱਕ ਐਸੇ ਮਰਦ ਦੀ ਸਿਰਜਣਾ ਕੀਤੀ ਜਾਵੇ ਜਿਹੜਾ ਇੱਥੋਂ ਦੀ ਸੰਸਕ੍ਰਿਤੀ ਨੂੰ ਬਚਾ ਸਕਦਾ ਹੋਵੇ, ਜਿਹੜਾ ਬੰਦ-ਬੰਦ ਕਟਵਾ ਟੁਕੜਿਆਂ 'ਚੋਂ ਸੁਖਮਣੀ ਸਾਹਿਬ ਗਾ ਸਕਦਾ ਹੋਵੇ,
ਜਿਹੜਾ ਬਾਹਰੋਂ ਆਏ ਹਮਲਾਵਰ ਅੱਗੇ ਛਾਤੀ ਢਾਹ ਸਕਦਾ ਹੋਵੇ, ਜਿਹੜਾ ਕੱਟੇ ਸੀਸ ਨੂੰ ਤਲੀ ਤੇ ਟਿਕਾ ਮੀਲਾਂ ਤੱਕ ਖੰਡਾ ਵਾਹ ਸਕਦਾ ਹੋਵੇ, ਜਿਹੜਾ ਆਏ ਨੂੰ ਸਬਕ ਸਿਖਾ ਸਕਦਾ ਹੋਵੇ, ਜਿਹੜਾ ਸਦਾ ਲਈ ਉਹਨਾਂ ਦਾ ਰਾਹ ਰੋਕ ਸਕਦਾ ਹੋਵੇ, ਐਸੇ ਸਾਬਤ ਸੂਰਤ ਮਰਦ ਦਾ ਖਾਕਾ ਗੁਰੂ ਨਾਨਕ ਸਾਹਿਬ ਨੇ ਆਪਣੇ ਹਿਰਦੇ 'ਚ ਬਣਾਇਆ ਤੇ ਜਾਣ ਲਿਆ ਕਿ ਇਸ ਨੂੰ ਪੂਰਿਆ ਕਰਨਾ ਹੈ। ਇਸ ਨੂੰ ਸੰਪੂਰਨਤਾ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ 230 ਕੁ ਸਾਲ ਦਾ ਕਰੀਬ ਸਮਾਂ ਲੱਗਿਆ, ਕਿਉਂਕਿ ਕੁਝ ਕੁ ਫਸਲਾਂ ਐਸੀਆਂ ਹੁੰਦੀਆਂ ਹਨ, ਫੁੱਲਾਂ ਦੀ ਖੇਤੀ ਹੈ, 2 ਕੁ ਮਹੀਨੇ 'ਚ ਹੀ ਫਲ ਦੇ ਜਾਂਦੇ ਹਨ, ਥੋੜ੍ਹੇ ਇਸ ਤੋਂ ਵੀ ਪਹਿਲਾਂ ਹੀ ਫੁੱਲ ਲੱਗ ਜਾਂਦੇ ਆ। ਮਾਹਾਂ ਦੀ ਦਾਲ ਆ 60 ਕੁ ਦਿਨਾਂ 'ਚ ਤਿਆਰ ਹੋ ਜਾਂਦੀ ਹੈ। ਕਣਕ ਅਤੇ ਝੋਨਾ 6 ਮਹੀਨੇ ਲੈ ਜਾਂਦੇ ਹਨ। ਅਖਰੋਟ ਅਤੇ ਇਮਲੀ ਦਾ ਬੂਟਾ ਬੜਾ ਹੀ ਲੰਮੇਰਾ ਸਮਾਂ ਲੈ ਜਾਂਦੇ ਹਨ। ਪੁਰਾਤਨ ਸਮੇਂ 'ਚ ਕਹਾਵਤ ਹੁੰਦੀ ਸੀ, ਕਹਿੰਦੇ ਜੋ ਇਮਲੀ ਲਾਉਂਦਾ ਉਹਦਾ ਫਲ ਨਹੀਂ ਖਾਂਦਾ, ਕਿਉਂਕਿ ਇੰਨੀ ਉਮਰ ਨਹੀਂ ਸੀ ਹੁੰਦੀ ਕਿਸੇ ਦੀ, ਇਮਲੀ ਬੜਾ ਲੰਬਾ ਸਮੇਂ ਬਾਅਦ ਫਲ ਦਿੰਦੀ ਸੀ। ਜਿਸ ਫਲ ਦੀ ਉਮੀਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਖੀ ਨਾ, ਉਸ ਨੂੰ ਗੁਰਮੁਖ ਪਿਆਰਿਓ ਸੰਪੂਰਨਤਾ ਦੇ ਵਿੱਚ ਆਉਣ ਵਾਸਤੇ 230 ਕੁ ਸਾਲ ਦਾ ਸਮਾਂ ਲੱਗ ਗਿਆ। ਅੱਜ ਜਿਹੜੇ ਮਹਾਂਪੁਰਸ਼ ਦੇ ਜੀਵਨ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਸ਼ਹੀਦ ਤੇ ਫਿਰ ਵੀ ਬੜੇ ਹੋਏ। ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਹੋਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕੁਰਬਾਨੀ ਤੋਂ ਬਾਅਦ ਸ਼ਹੀਦ ਤੇ ਫਿਰ ਵੀ ਬੜੇ ਹੋਏ, ਪਰ ਅਨੋਖੇ ਅਮਰ ਸ਼ਹੀਦ ਇਸੇ ਸੂਰਬੀਰ ਯੋਧੇ ਨੂੰ ਆਖਿਆ ਜਾਂਦਾ। ਅਸੀਂ ਅੱਗੇ ਪੜ੍ਹਾਂਗੇ ਕਿ ਅਨੋਖੇ ਕਿਵੇਂ ਹਨ। ਇੱਕ ਨਹੀਂ ਕਈ ਘਟਨਾਵਾਂ ਅਨੋਖੀਆਂ ਹਨ ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ। ਗਾਂ ਮੈਂ ਅਨੋਖੀਆਂ ਘਟਨਾ ਦਾ ਵੀ ਆਪ ਨਾਲ ਜ਼ਿਕਰ ਕਰਾਂਗਾ। ਮੈਂ ਥੋੜ੍ਹਾ ਜਿਹਾ ਬੇਸ ਬੰਨ੍ਹ ਕੇ ਚੱਲਣਾ ਹੈ। ਇੱਕ ਵਿਸ਼ਾ ਤੇ ਗੁਰਮੁਖੋ ਇਹ ਹੈ ਕਿ ਜਿਹੜੇ ਸਾਬਤ ਸੂਰਤ ਮਰਦ ਦਾ ਖਾਕਾ ਗੁਰੂ ਨਾਨਕ ਸਾਹਿਬ ਨੇ ਬਣਾਇਆ ਸੀ ਤੇ ਜਾਣ ਲਿਆ ਇਸ ਨੂੰ ਪੂਰਿਆਂ ਕਰਨਾ ਹੈ। ਪੂਰਿਆਂ ਕਰਨ ਵਾਸਤੇ 230 ਸਾਲ ਦਾ ਸਮਾਂ ਲੱਗਿਆ। ਦੂਸਰਾ ਇੱਕ ਪੱਖ ਹੋਰ ਵੀ ਮੈਂ ਆਪ ਦੇ ਨਾਲ ਵਿਚਾਰ ਕੇ ਚੱਲਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਹੈ ਬੇਬੇ ਨਾਨਕੀ। 5 ਸਾਲ ਵੱਡੇ ਹਨ ਗੁਰੂ ਨਾਨਕ ਸਾਹਿਬ ਨਾਲੋਂ ਤੇ ਗੁਰੂ ਨਾਨਕ ਦਾ ਪਹਿਲਾ ਸਿੱਖ ਵੀ ਹੈ ਬੇਬੇ ਨਾਨਕੀ। ਅੱਜ ਤੁਸੀਂ ਕਦੀ ਪੜ੍ਹਿਆ, ਕਦੀ ਸੁਣਿਆ ਕਿ ਬੇਬੇ ਨਾਨਕੀ ਦੇ ਕਿੰਨੇ ਬੱਚੇ ਸਨ? ਗੁਰਮੁਖ ਪਿਆਰਿਓ, ਦੂਰ ਦਰਾਡੇ ਦੇਸ਼ ਬਗਦਾਦ ਦੇ ਅੰਦਰ ਸੁੱਤਾ ਪਿਆ ਏ ਸਾਧ ਫਕੀਰ ਕੋਈ, ਸੁਤੇ ਸੁਧ ਹੀ ਫੁਰਨਾ ਇਉਂ ਫੁਰਿਆ, ਜਿਵੇਂ ਆਣ ਕਿਸੇ ਜਗਾਇਆ ਏ, ਉੱਠ ਰੰਬਾਬ ਸੰਭਾਲ ਮਰਦਾਨਿਆ ਹੋਏ, ਅੱਜ ਭੈਣ ਨਾਨਕੀ ਸਾਨੂੰ ਬੁਲਾਇਆ ਏ। ਕਿਹੜਾ ਉਸ ਸਮੇਂ ਟੈਲੀਫੋਨ ਸੀ, ਕਿਹੜਾ ਮੋਬਾਈਲ ਸੀ ਗੁਰੂ ਨਾਨਕ ਸਾਹਿਬ ਦੇ ਕੋਲ? ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਭੈਣ ਨੇ ਮੈਨੂੰ ਬੁਲਾਇਆ। ਕਹਿੰਦੇ ਮਰਦਾਨਿਆ ਰਬਾਬ ਗੁਲਾਬ ਕਰ, ਬੇਬੇ ਯਾਦ ਕਰਦੀ ਪਈ ਆ। ਤੇ ਜਦੋਂ ਆ ਕੇ ਪਹੁੰਚੇ ਨਾ ਬੇਬੇ ਕੋਲ ਤੇ ਪੁੱਛਿਆ, ਪਹਿਲਾਂ ਤੇ ਇੱਕਦਮ ਚਰਨਾਂ ਤੇ ਢਹਿਣ ਵਾਸਤੇ ਖੜੀ ਹੈ ਬੇਬੇ ਤੇ ਬਾਬਾ ਵੀ ਉਧਰੋਂ ਭੈਣ ਦੇ ਚਰਨੀ ਹੱਥ ਲਾਉਣ ਵਾਸਤੇ ਝੁਕਿਆ ਤੇ ਦੋਨਾਂ ਨੇ ਗਲਵਕੜੀ 'ਚ ਲੈ ਲਿਆ ਤੇ ਬੇਬੇ ਆਖਦੀ ਵੀਰ ਨਾ ਇੱਕ ਵਾਰੀ ਚਰਨਾਂ ਤੇ ਸੀਸ ਰੱਖ ਲੈਣ ਦੇ। ਤੇ ਗੁਰੂ ਨਾਨਕ ਸਾਹਿਬ ਆਖਦੇ ਬੇਬੇ ਤੂੰ 5 ਸਾਲ ਵੱਡੀ ਆ, ਤੂੰ ਮੈਨੂੰ ਮਾਵਾਂ ਵਰਗਾ ਪਿਆਰ ਦਿੱਤਾ, ਇੱਕ ਵਾਰੀ ਮੈਨੂੰ ਆਪਣੇ ਚਰਨਾਂ ਤੇ ਸੀਸ ਧਰ ਲੈਣ ਦੇ। ਤੇ ਬੇਬੇ ਆਖਦੀ ਵੀਰ ਨਾ ਮੈਂ ਤੈਨੂੰ ਵੀਰ ਨਹੀਂ ਮੰਨਿਆ ਕੱਲਾ, ਮੈਂ ਤੈਨੂੰ ਆਪਣਾ ਰੱਬ ਮੰਨਿਆ, ਆਪਣਾ ਇਸ਼ਟ ਮੰਨਿਆ। ਪਹਿਲਾ ਸਿੱਖ ਬਾਬੇ ਦੀ ਬੇਬੇ ਨਾਨਕੀ ਹੈ। ਕਦੇ ਪਿਤਾ ਮਹਿਤਾ ਕਾਲੂ ਦਾ ਹੱਥ ਫੜ ਲੈਂਦੀ ਹੈ ਕਿ ਮੇਰੇ ਰੱਬ ਵਰਗੇ ਵੀਰ ਨੂੰ ਥੱਪੜ ਨਾ ਮਾਰੀ। ਬੇਬੇ ਨਾਨਕੀ ਕੋ ਵੇਖਿਆ ਨਹੀਂ ਜਾਂਦਾ ਤੇ ਆਪਣੇ ਕੋਲ ਹੀ ਲੈ ਜਾਂਦੀ ਹੈ। ਵਿਆਹ ਵੀ ਬੇਬੇ ਨਾਨਕੀ ਨੇ ਆਪਣੇ ਵੀਰ ਦਾ ਕੀਤਾ ਸੀ, ਆਪਣੇ ਕੋਲ ਹੀ।
सो गुरमुख प्यारिओ हुण बाबा नानक पातशाह पुछदे हन, बेबे किवें याद कीता? आखदी वीर ना हुण सचखंड दा जाण दा वक्त आ गया सी। सोचिया जाण तो पहलां अपने रब वर्गे वीर दी सेवा करां, रब वर्गे वीर दे दर्शन करके जावां। बेबे ने सचखंड जाण तो पहलां भी प्रशादा पका के अपने वीर नूं ते अपने मुरशद नूं अपने हत्थीं छकाया। पता सी सचखंड नूं जाना है। जे किते डॉक्टर किसी नूं दसदे ना तेरी मौत हो जानी 2 साल 10 साल बाद, ते अद्धे लोग रोटी छड्ड दिंदे आ। पर बेबे नूं पता सी अज सचखंड जाना, वीर नूं याद कीता ते वीर आ पहुंचिया। पर अज प्रशादा छकाया ते बाबे ने पुछ लिया, बेबे ये दस तेरे घर कोई औलाद नहीं आ? देखो हैरानी वाली गल नहीं लगती कि गुरु नानक दी वड्डी भैन होवे 5 साल वड्डी, ते गुरु नानक दा पहला सिख भी उही होवे ते उहदे घर कोई औलाद ना होवे। अज सानू कोई सवाल पुछ लवे कि तुसी ते गुरु नानक दे दर तो जाके धीआं पुत्तर मंगदे हो, दातां मंगदे हो, ते गुरु नानक साहब ने अपनी वड्डी भैन नूं फिर क्यों नहीं दात बख्शिश कीती, क्यों नहीं प्राप्त होई? गुरमुख प्यारिओ गुरु नानक साहब ने कोई शंका नहीं रहन दिता साडे वास्ते। उन्होंने प्रैक्टिकल करके सानू समझाउणा कीता है कि जिहड़ा सिख है वो दाते नाल जुड़दा है, दातां नाल नहीं जुड़दा। वो भाणे विच किवें रहिंदा है ते अपनी वड्डी भैन ही कोई पहला सिख सी। उस बेबे ने प्रैक्टिकल करके दसिया। जदों बाबे ने पुछया, बेबे तेरे घर कोई औलाद नहीं, कदे तेरे चित्त 'च ख्याल नहीं आया तेरे घर भी कोई औलाद हुंदी, कोई लाल हुंदा? ते बेबे ने आख्या, वीर ना तेरे प्यार 'च इन्नी को भिजी रही, अज तक कदे चित्त 'च ख्याल ही नहीं आया कि मेरे घर कोई औलाद नहीं है। धन है बेबे नानकी, अज छोटी जी दात ना मिली होवे ते बंदा जड़ों ही हिल जांदा। साडे वीर कहणगे मैं शराब तां पीना, मैनूं औलाद नहीं मिली। वो गुरु नानक साहब ने सानू प्रैक्टिकल करके समझाउणा कीता है। फिर सतगुरु नानक पातशाह महाराज दी वड्डी भैन बेबे नानकी ने यह दस दिता कि दात नाल नहीं दाते नाल जुड़ना है। दाते नाल जुड़ोगे, दातां दा मोह तुहानू कदे फिर तड़फा नहीं सकेगा। फिर अगां चल के देखो, बादशाह दरवेश गुरु गोबिंद सिंह, उस तो होर पहलां देख लो पंचम पातशाह गुरु अर्जन देव महाराज जी। मैं विशा तां लिया है कि बाबा दीप सिंह दे माता पिता नाल भी ऐसा ही पाना वापरिया सी, ऐसा ही प्रैक्टिकल उन्हां भी कीता है। जदों माता गंगा जी ते गुरु अर्जन देव पातशाह दे घर कोई औलाद नहीं सी। देखो गुरु अर्जन देव पातशाह दे दर ते लोग मंगण आउंदे हन, ते जदों उन्हां दी माता गंगा दी जठाणी ने करमों ने कह दिता सी कि गुरु अर्जन ने ते गंगा ने संसार तो औंतरे ही चले जाना। पहलां आपां विचार कर चुके, मैं बड़ा संखेप च अगे चलना क्योंकि मेरा अज दा मेन विशा है अनोखे अमर शहीद बाबा दीप सिंह दे इतिहास नाल आप नूं जोड़ना। विशा समझ आ सके तां मैं शुरू तो लैके चल रहा। तो उस समय जदों उन्होंने कहा इन्हां औंतरे ही चले जाना है, तो किसी बे औलाद माँ वास्ते ये शब्द सुनना बड़ा औखा हुंदा। फिर गुरु साहब ने सानू जुगतियां भी दसियां कि जे तुहानू ये चीज़ां दा दुख भी पहुंचदा है ना, जे तुहानू इन्हां चीज़ां दा वस्तुआं दा सुखां दा दुख जिहड़ा दुखी करदा, ये दातां कित्थों मिलदियां, ये भी सानू गुरु साहब महाराज ने दसिया। जिथे गुरु साहब आखदे हन नानक कै घर केवल नाम, तो उत्थे उही गुरु अमरदास पातशाह आखदे साचे साहिबां क्या नाही कर तेरे, कर तां तेरे सब कुछ है जिस देह सो पावे। घर तेरे सारा कुछ है। मैं किस दिन ये विशा अलग आप दे नाल विचार करांगा। सो इत्थे गुरमुख प्यारिओ, जदों माता गंगा जी ने गुरु अर्जन देव पातशाह दे कोल इच्छा प्रगट की
कि महाराज साडे घर भी एक लाल होवे, तुसीं दुੱਧ पुੱਤ दातां वंडदे हो दूसरिਆਂ ਨੂੰ। ਤੇ ਮੇਰੇ ਸ਼ਹਿਨशाह ने पता की आख्या, गुरु अर्जन देव पातशाह ने, कहते ये खजाना है, ये संगतां दा खजाना है। हुण अज साडे हालात की आ, मैं कई बारी आखदा हुंदा, जे किते गुरु घर सेवा मिली ना गुरमुख प्यारिओ, किते गलती ना सेवा दा पैसा जेब वल ना चलिया जावे, इस खजाने नूं भी तबाह कर देवेगा। और जे गुरु घर का खजाना गुरु घर ते वरतोगे ना, डर के वरतोगे ना, तो तुहाडा खजाना भी दुगना चौगना हो जाएगा। गुरु के खजाने ते खैर टोट आनी नहीं है, इत्थे ते कदे टोट आ ही नहीं सकती। इत्थे सतगुरां ने आख्या, गंगा जी ये खजाना संगतां दा है, इनू मैं अपने घर नूं नहीं वंड सकदा, मैं घर नूं नहीं लैके आ सकदा। ठीक है, जे तुहानू खजाना चाहिदा कुछ, तुसी कमाई वाले संत महापुरुष कोल जाओ, तुसी गुरु घर दे वजीर कोल जाओ, ब्रह्म ज्ञानी बाबा बुढ़ा जी कोलों जाओ, तो ये दातां ते बाबा बुढ़ा जी बख्शिश कर सकते हैं, असी आप नहीं अपने वास्ते कर सकते। हुण ये थोड़ी हुंदा खजाना दा कोई मालक होवे तो खजाना अपने आप ही वरती जावे। ये सतगुरां ने सानू एक मर्यादा समझाई है। यही तरीका तुसी किसी राजनीतिक तखत ते भी बैठे हो ना, तो राजनीतिक खजाना भी ये नहीं अपनी मर्जी ना अपने घर च सुट्टी जाओ। जो जायज़ है ना, बिल्कुल जिहड़े तुहाडे अहुदेदार उन्हां दे कहण अनुसार ही किते तुहाडे परसनल हित वास्ते इस्तेमाल होना चाहिए, नहीं तो प्रजा तुहानू चुन के तखत ते बिठाउंदी आ, तुहाडा फर्ज बनदा वो खजाना सारा प्रजा वास्ते इस्तेमाल करो। सो गुरमुख प्यारिओ, माता गंगा जी फिर गए हन, प्रशादे तैयार करके 36 किस्म के भोजन लैके ब्रह्म ज्ञानी बाबा बुढ़ा जी को आपां पहलां जिक्र कर चुके हाँ। फिर दूसरी बार फिर गए, जदों वापस कर दिता बाबा जी ने। अज ये गुरुद्वारा साहब कोई आ जाए ना, कोई कुर्सियां दो चाहिए जां कोई मैट चाहिए जां कोई चीज़ चाहिए, तो मेरे वर्गा कोई ग्रंथी जे किते कह दवे नहीं ये मर्यादा नहीं, कहना लै वो बाबा जी कौन होंदे रोकण वाले उथों। पर इत्थे गुरु अर्जन देव पातशाह ने पता की आख्या, कहते गंगा जी तुसी मर्यादा च नहीं गए होगे, तां करके बाबा जी ने तुहानू वापस किया। तुसी इवें रथां ते नहीं सी जाना, तुसी 36 किस्म के भोजन लैके नहीं सी जाना, तुसी इवें जाना सी जिवें किरती किसान की माँ अपने बच्चे वास्ते प्रशादा लैके जाती है। तो इवें फिर सादगी च गए, तो फिर बाबा जी ने दूरों आवाज़ मार के कहा, मां लिया प्रशादा छेती, भुख बड़ी लगी आ। तो मुक्की मार के गंढा भनद्या ही कह दिता, तेरे घर ऐसा दल भंजन गुर सूरमा पैदा होएगा, जे मुक्की मार के गंढा भन्या इवें दुष्टां दे सिर भन्नेगा। सो 3 वचन कीते, इत्थे मैं हुणे विस्तार नहीं करना, अगां चलना है। फिर अगे नामे जामे च वेखो, नामे जामे च गुरु तेग बहादुर साहब ते मां गुजर कौर 1632 दे विच शादी हुंदी है गुरु तेग बहादुर साहब दे नाल माता जी दी, ते 1666 दे विच 34 साल बाद घर दे विच सपुत्र दा प्रकाश हुंदा है। हुण 34 साल दा सबर ते संतोख, जिन्हों गुरु गोबिंद सिंह साहब महाराज अपनी बाणी च आप लिखते हैं, तात मात मुर अलख आराधा, बहुबद जोग साधना साधा, तिन जो करी अलख की सेवा, तांते पे प्रसन्न गुरुदेवा। कहते मेरे माता ते पिता ने बड़ी आराधना की उस परमात्मा की। कहते उन्होंने फिर आदेश दिता, तब हम जन्म कलू मैं लिया। पहला विस्तार आप कर चुके हैं गुरु कलगीधर पातशाह के प्रकाश पुरब, तुसीं सुन सकते हो कि प्रकाश पुरब बादशाह दरवेश गुरु गोबिंद सिंह, वो सारा विशा आप जिक्र कर चुके हैं पहला। सो गुरु साहब के आखदे मेरे माता पिता ने बड़ी आराधना की, तां करके सानू उन्हां दी कुख तो अवतार धारण करना पिया।
माता गुजर कौर ने तपस्या कित्थे कीती? आपां जिक्र कीता सी कि भोरे दे अंदर गुरु तेग बहादुर साहब तपस्या करते हैं। बाबा बकाला साहब भोरे दे दरवाजे ते बह के मां गुजर कौर तपस्या करते हैं। जदों मक्खण शाह लुबाणा आया सी उदों भी मां ने भोरे वाल इशारा किया सी कि भोरे च है गुरु तेग बहादुर साहब महाराज। दरवाजे ते बह के तपस्या करते हैं। मेरे सिर दे साईं नूं जदों किसी चीज़ की जरूरत पवे वो आवाज़ देण ते मैं तुरंत हाज़र कर देवां। इन्नी लम्मी 34 साल की तपस्या। अज 34 महीने विआह नूं निकल जाण, औलाद ना होवे ते बंदा जड़ों ही हिल जांदा। तपस्या ते बड़ी दूर की गल है। पर जे मां ने 34 साल तपस्या कीती ना गुरमुख प्यारिओ, ते इहो जिहा सपुੱਤਰ उन्हां नूं प्राप्त होया जिहो जिहा ना किसी नूं मिल सकिया ते ना ही मिल सकेगा। चिड़ियां जिस दियां बाजां ते होण भारू, ਉਹਦੇ ਸਿੰਘਾਂ ਦੀ ਕਿੱਡੀ ਕੁ ਸ਼ਾਨ ਹੋਸੀ। 1.25 ਲੱਖ ਨਾਲ ਇੱਕ ਲੜਾਣ ਵਾਲਾ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਕਵੀ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਕਿੱਡੇ ਕੁ ਵੱਡੇ ਬਲਵਾਨ ਹੋਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਕਵੀਆਂ, ਆਲਮਾਂ, ਫਾਜ਼ਰਾਂ, ਆਫਰਾਂ ਤੋਂ ਤੇਰੇ ਇਤਿਹਾਸ ਦਾ ਵਿਸਥਾਰ ਨਾ ਹੋ ਸਕਿਆ। ਉਹਦੇ ਇਤਿਹਾਸ ਨੂੰ ਅਸੀਂ ਨਿਮਾਣੇ ਵਿਚਾਰ ਹੀ ਨਹੀਂ ਸਕਦੇ ਜੇ ਏਡੀ ਤਪੱਸਿਆ ਸੀ। ਤੇ ਇਹੋ ਜਿਹਾ ਸਪੁੱਤਰ ਪ੍ਰਗਟ ਹੋਇਆ ਜਿਹਦੇ ਪਰਥਾਏ ਕਵੀ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਹਦੇ ਪਰਥਾਏ ਕਵੀ ਨੇ ਕਹਿ ਦਿੱਤਾ, ਕਲਗੀ ਵਾਲਿਆ ਲਿਖਾਂਗੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਪੰਡਾਲ ਵੱਡਾ, ਤੇਰੀ ਧਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ। ਜੁਗੋ ਜੁਗ ਨਾ ਲੱਥਣਾ ਹਿੰਦੁਸਤਾਨੀਆਂ ਤੋਂ, ਇਸ ਦੇਸ਼ ਤੇ ਤੇਰਾ ਉਦਾਰ ਵੱਡਾ, ਜੁਗੋ ਜੁਗ ਨਾ ਲੱਥਣਾ ਤੇਰੇ ਖਾਲਸੇ ਤੋਂ, ਇਸ ਕੌਮ ਤੇ ਤੇਰਾ ਉਦਾਰ ਵੱਡਾ। ਜੇ 34 ਸਾਲ ਦੀ ਤਪੱਸਿਆ ਸੀ ਨਾ ਗ੍ਰਸਥ ਜੀਵਨ ਤੋਂ ਬਾਅਦ, 34 ਸਾਲ ਦੀ ਨਹੀਂ ਕੱਲੀ ਗੁਰਮੁਖ ਪਿਆਰਿਓ, ਕਿਉਂਕਿ ਪਤਾ ਨਹੀਂ ਕਿੰਨੇ ਜਨਮਾਂ ਜਨਮੰਤਰਾਂ ਦੀ ਤਪੱਸਿਆ ਹੋਏਗੀ ਮਾਂ ਗੁਜਰ ਕੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ, ਜਿਹੜਾ ਇਹਨਾਂ ਦੇ ਗ੍ਰਹਿ ਵਿਖੇ ਪੂਰਬਲੇ ਜਨਮਾਂ ਦੇ ਤਪਸਵੀ ਦੁਸ਼ਟ ਦਮਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ। ਪਤਾ ਨਹੀਂ ਮਾਂ ਗੁਜਰ ਕੌਰ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿੰਨੀ ਕੁ ਤਪੱਸਿਆ ਹੋਏਗੀ, ਜਿਹੜੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਮਾਂ ਗੁਜਰ ਕੌਰ ਨੇ ਕੀਤੀਆਂ। ਸੋ ਗੁਰਮੁਖ ਪਿਆਰਿਓ, 34 ਸਾਲ ਬਾਅਦ ਪੁੱਤਰ ਪੈਦਾ ਹੋਇਆ ਤੇ ਏਡਾ ਮਹਾਨ ਸਪੁੱਤਰ ਦੀ ਪ੍ਰਾਪਤੀ ਹੋਈ। ਹੁਣ ਇੱਕ ਦਿਨ ਪਹੋਵਿੰਡ ਦੀ ਧਰਤੀ ਤੇ ਭਾਈ ਭਗਤੂ ਤੇ ਮਾਂ ਜੀਵਨ ਕੌਰ ਬੈਠੇ ਹੋਏ ਹਨ, ਬੜੇ ਨਿਰਾਸ਼ ਹੋ ਕੇ ਬੈਠੇ ਹੋਏ ਹਨ। ਆਪਾਂ ਕੱਲ੍ਹ ਇਸ ਦਾ ਅੱਗੇ ਵਿਸਥਾਰ ਕਰਾਂਗੇ, ਸਮਾਂ ਕਾਫੀ ਹੋ ਚੁੱਕਿਆ, ਕਿਉਂਕਿ ਜਦੋਂ ਬੜੇ ਨਿਰਾਸ਼ਤਾ ਵਿੱਚ ਸਨ ਤੇ ਇੱਕ ਖੁੱਲੇ ਦਾੜੇ ਵਾਲਾ ਗੁਰਸਿੱਖ ਆਇਆ, ਲੰਬੇ ਦਾੜੇ ਦਾ ਜ਼ਿਕਰ ਆਉਂਦਾ। ਉਹਨੇ ਆ ਕੇ ਦੋਨਾਂ ਨੂੰ ਮੁਖਾਤਬ ਹੋ ਕੇ ਆਖਿਆ, ਜੀ ਸਤਿ ਸ੍ਰੀ ਅਕਾਲ, ਤੇ ਨਾਲ ਹੀ ਸਵਾਲ ਕਰ ਦਿੱਤਾ, ਗੁਰਮੁਖ ਪਿਆਰਿਓ ਲੱਗਦੇ ਤੇ ਗੁਰੂ ਨਾਨਕ ਦੇ ਸਿੱਖ ਹੋ, ਚਿਹਰੇ ਤੇ ਨਿਰਾਸ਼ਤਾ ਕਿਉਂ ਹੈ? ਖੂਹ ਤੇ ਵੇਲਣੇ ਤੇ ਗੰਨਿਆਂ ਦਾ ਢੇਰ ਲੱਗਿਆ, ਖੂਹ ਵਗਦਾ ਪਿਆ,
ਬੱਚੇ ਕਿੱਧਰ ਗਏ, ਰੌਣਕ ਨਜ਼ਰ ਨਹੀਂ ਆਉਂਦੀ। ਕਿਉਂਕਿ ਪਹਿਲਾ ਸਮਾਂ ਅੱਜ ਵਰਗਾ ਨਹੀਂ ਸੀ ਕਿ ਇੱਕ ਹੀ ਬੱਚਾ ਜਾਂ ਧੀ ਜਾਂ ਪੁੱਤ, 8-8, 10-10, 12-12 ਵੀ ਬੱਚੇ ਲੋਕਾਂ ਦੇ ਹੁੰਦੇ ਸੀ ਅਤੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਖੂਹਾਂ 'ਤੇ। ਕਹਿੰਦੇ ਰੌਣਕਾਂ ਨਜ਼ਰ ਨਹੀਂ ਆਉਂਦੀਆਂ। ਭਾਈ ਭਗਤੂ ਜੀ ਤੇ ਗਰਦਨ ਝੁਕਾ ਕੇ ਬੈਠੇ ਹਨ, ਸ਼ਾਂਤ ਚਿੱਤ ਹੋ ਕੇ, ਤੇ ਮਾਤਾ ਜੀਵਨ ਕੌਰ ਦੀਆਂ ਧਾਹਾਂ ਨਿਕਲ ਗਈਆਂ। ਧਾਹਾਂ ਮਾਰ ਕੇ ਆਖਿਆ, ਮਹਾਂਪੁਰਸ਼ੋ 17 ਸਾਲ ਹੋ ਗਏ ਵਿਆਹ ਨੂੰ, ਅਜੇ ਤੱਕ ਘਰ 'ਚ ਕੋਈ ਔਲਾਦ ਪ੍ਰਾਪਤ ਹੀ ਨਹੀਂ ਹੋਈ। ਉਸ ਗੁਰਸਿੱਖ ਨੇ ਆਖਿਆ, ਮਾਤਾ ਜੀ ਡੋਲਦੇ ਕਿਉਂ ਹੋ? ਇਤਿਹਾਸ ਨਹੀਂ ਪੜ੍ਹਿਆ ਗੁਰੂ ਨਾਨਕ ਸਾਹਿਬ ਦੇਵ ਦਾ, ਭੈਣ ਬੇਬੇ ਨਾਨਕੀ ਦਾ, ਬਾਦਸ਼ਾਹ ਦਰਵੇਸ਼ ਦਾ, ਗੁਰੂ ਤੇਗ ਬਹਾਦਰ ਸਾਹਿਬ ਦਾ। 34 ਸਾਲ ਬਾਅਦ ਉਹਨਾਂ ਦੇ ਘਰ ਗੁਰੂ ਗੋਬਿੰਦ ਰਾਏ ਦਾ ਪ੍ਰਕਾਸ਼ ਹੋਇਆ। ਡੋਲਦੇ ਕਿਉਂ ਜੇ? ਵਿਸ਼ਵਾਸ ਰੱਖੋ ਤੁਹਾਡੇ ਘਰ ਵੀ ਪੁੱਤਰ ਪੈਦਾ ਹੋਏਗਾ, ਤੁਹਾਡੇ ਘਰ ਵੀ ਦੀਪ ਜਗੇਗਾ, ਤੁਸੀਂ ਨਾਮ ਹੀ ਦੀਪ ਰੱਖ ਦੇਣਾ। ਫਿਰ ਆਉਂਦੇ ਸਾਲ ਨੂੰ ਘਰ 'ਚ ਪੁੱਤਰ ਦਾ ਜਨਮ ਹੋਇਆ। ਮੈਂ ਗਾਂ ਆਪ ਦੇ ਨਾਲ ਸਾਰਾ ਵਿਸ਼ਾ ਵਿਸਥਾਰ ਨਾਲ ਵਿਚਾਰਾਂਗਾ ਕਿ ਕਿਵੇਂ ਅਹਿਮਦ ਸ਼ਾਹ ਅਬਦਾਲੀ ਫਿਰ ਆਖਦਾ ਸੀ, ਪਹਿਲਾਂ ਉਸੇ ਜ਼ਬਾਨ ਨਾਲ ਆਖਦਾ, ਅਬ ਹਮ ਆਪਣੇ ਦੇਸ਼ ਕਾਬਲ ਨਹੀਂ ਜਾएंगे जब तक इनका नामो निशान नहीं मिटा देते। तो उसी जबान ਨਾਲ फिर आखदा, अब हम दोबारा हिंदुस्तान नहीं आएंगे जहाँ ऐसे सिरलख सलत जोधे पैदा हो गए, ਘਟੇ ਸੀਸ ਨੂੰ ਤਲੀ 'ਤੇ ਟਿਕਾ ਕੇ ਲੜਦੇ ਆ। ਹੁਣ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਉਹ ਜ਼ਿਕਰ ਕਰਦਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ। ਸੋ ਬਾਬਾ ਦੀਪ ਸਿੰਘ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਆ, ਉਹਨਾਂ ਦੇ ਇਤਿਹਾਸ ਨੂੰ ਵੱਧ ਤੋਂ ਵੱਧ ਵਿਚਾਰੀਏ ਅਤੇ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ, ਉਹਨਾਂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦਿਆਂ 'ਚ ਵਸਾਈਏ। ਬਾਬਾ ਦੀਪ ਸਿੰਘ ਜਿੱਥੇ ਤੇਗ ਦੇ ਧਨੀ ਸਨ, ਉੱਥੇ ਕਲਮ ਦੀ ਵੀ ਮਹਾਰਤ ਹਾਸਲ ਸੀ। 5 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਉਤਾਰੇ ਬਾਬਾ ਦੀਪ ਸਿੰਘ ਜੀ ਨੇ ਆਪਣੀ ਕਲਮ ਦੇ ਨਾਲ ਕੀਤੇ ਹਨ। 18 ਸੇਰ ਦਾ ਖੰਡਾ 75 ਸਾਲ ਦੀ ਉਮਰ ਚੁੱਕਣਾ ਕੋਈ ਸੌਖੀ ਗੱਲ ਨਹੀਂ ਹੈ। ਇਹ ਬੜੇ ਵੱਡੇ ਤਪਸਵੀ ਹਨ ਜਿਨ੍ਹਾਂ ਨੇ 5 ਘੁੱਟ ਅੰਮ੍ਰਿਤ ਦੇ ਛਕੇ, ਅੱਖਾਂ ਗਹਿਰੀਆਂ ਹੋ ਗਈਆਂ, ਸੀਸ ਤਲੀ 'ਤੇ ਟਿਕਾ, ਵੈਰੀ ਦਾ ਰਸਤਾ ਮੱਲ ਖਲੋ ਗਈਆਂ। ਸੋ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਐਡਵਾਂਸ ਵਿੱਚ ਲੱਖ ਲੱਖ ਵਧਾਈਆਂ। ਭਾਗਾਂ ਵਾਲੇ ਜੀ ਜਿਹੜੇ ਬਾਬਾ ਜੀ ਦੇ ਜੀਵਨ ਦੇ ਇਤਿਹਾਸ ਨਾਲ ਜੁੜ ਰਹੇ ਜੇ। ਸਤਿਗੁਰ ਕਿਰਪਾ ਕਰਨ। ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ ਹੈ। ਕੋਈ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।